ਹੈਲੋ ਦੋਸਤੋ, ਵੈਲਕਮ ਟੂ ਮੋਰਲ ਪੰਜਾਬ। ਦੋਸਤੋ, ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਅਜਿਹੇ ਇਨਸਾਨ ਦੀ ਗੱਲ ਕਰਾਂਗੇ ਜਿਸ ਨੇ ਕਿ ਆਪਣੀ ਬਿਜ਼ਨਸ ਕਰਨ ਦੀ ਤਕਨੀਕ ਦੇ ਨਾਲ ਅਮਰੀਕਾ ਦੀ ਲਗਭਗ ਸਾਰੀ ਤੇਲ ਮਾਰਕੀਟ ਤੇ ਆਪਣਾ ਕਬਜ਼ਾ ਕਰ ਲਿਆ ਸੀ। ਅਜਿਹਾ ਇਨਸਾਨ ਜਿਸ ਨੂੰ ਅਮਰੀਕਾ ਦਾ ਹੁਣ ਤੱਕ ਦਾ ਸਭ ਤੋਂ ਅਮੀਰ ਆਦਮੀ ਮੰਨਿਆ ਜਾਂਦਾ ਹੈ ਤੇ ਉਸ ਨੂੰ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਅਮੀਰ ਆਦਮੀਆਂ ਦੀ ਸੂਚੀ ਵਿੱਚ 7ਵੇਂ ਸਥਾਨ ਤੇ ਰੱਖਿਆ ਗਿਆ ਹੈ। ਅੱਜ ਮੈਂ ਤੁਹਾਨੂੰ ਉਸ ਇਨਸਾਨ ਬਾਰੇ ਅਜਿਹੀਆਂ ਰੌਚਕ ਗੱਲਾਂ ਦੱਸਾਂਗਾ ਜਿਹੜੀਆਂ ਕਿ ਤੁਸੀਂ ਕਦੇ ਵੀ ਨਹੀਂ ਸੁਣੀਆਂ ਹੋਣਗੀਆਂ। ਉਹ ਇਨਸਾਨ ਸੀ 20ਵੀਂ ਸਦੀ ਦਾ ਅਮਰੀਕਾ ਦਾ ਬਿਜ਼ਨਸ ਟਾਈਕੂਨ ਜੌਨ ਡੇਵਿਡਸਨ ਰੌਕਫੈਲਰ। ਬਹੁਤ ਸਾਰੇ ਇਤਿਹਾਸਕਾਰ ਉਸ ਨੂੰ ਬਹੁਤ ਚੰਗਾ ਇਨਸਾਨ ਮੰਨਦੇ ਨੇ ਤੇ ਬਹੁਤ ਸਾਰੇ ਲੋਕਾਂ ਨੇ ਉਸ ਬਾਰੇ ਬੁਰੇ ਵਿਚਾਰ ਵੀ ਰੱਖੇ ਨੇ। ਤੇ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਕਮੈਂਟ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਇਨਸਾਨ ਕਿਵੇਂ ਦਾ ਲੱਗਿਆ, ਚੰਗਾ ਲੱਗਿਆ ਜਾਂ ਬੁਰਾ ਲੱਗਿਆ। ਇਸ ਦੇ ਬਾਰੇ ਇੱਕ ਗੱਲ ਬਹੁਤ ਪ੍ਰਸਿੱਧ ਹੈ ਕਿ ਇਸ ਦੇ ਸਾਮਰਾਜ ਨੂੰ ਖਤਮ ਕਰਨ ਲਈ ਅਮਰੀਕਾ ਨੇ ਸ਼ੈਰਮਨ ਐਂਟੀ ਟਰਸਟ ਐਕਟ ਨਾਮ ਦਾ ਇੱਕ ਲਾਅ ਬਣਾਇਆ, ਪਰ ਇਹ ਲਾਅ ਅਮਰੀਕਾ ਦੀ ਸਰਕਾਰ ਤੇ ਭਾਰਾ ਪੈ ਗਿਆ ਤੇ ਜਿਸ ਦਾ ਖਮਿਆਜ਼ਾ ਇਹ ਹੋਇਆ ਕਿ ਰੌਕਫੈਲਰ ਉਹ ਇਨਸਾਨ ਬਣ ਗਿਆ ਜਿਸ ਨੇ ਕਿ ਬਿਲੀਅਨਰ ਹੋਣ ਦਾ ਖਿਤਾਬ ਸਭ ਤੋਂ ਪਹਿਲਾਂ ਹਾਸਿਲ ਕੀਤਾ। ਹਾਂਜੀ, ਰੌਕਫੈਲਰ ਹੀ ਦੁਨੀਆ ਦਾ ਸਭ ਤੋਂ ਪਹਿਲਾ ਬਿਲੀਅਨਰ ਬਣਿਆ। तो आओ ਤੁਹਾਡੇ ਨਾਲ ਜੌਨ ਡੀ ਰੌਕਫੈਲਰ ਬਾਰੇ ਕੁਝ ਅਹਿਮ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ। ਗੱਲ ਕਰੀਏ ਉਹਨਾਂ ਦੇ ਜਨਮ ਦੀ ਤਾਂ ਉਹਨਾਂ ਦਾ ਜਨਮ 8 ਜੁਲਾਈ 1939 ਨੂੰ ਰਿਚਫੋਰਡ ਨਿਊਯਾਰਕ ਸਿਟੀ ਦੇ ਵਿੱਚ ਹੋਇਆ। ਉਸਦੇ ਪਿਤਾ ਇੱਕ ਸਧਾਰਨ ਕਿਸਮ ਦੇ ਬਿਜ਼ਨਸਮੈਨ ਸਨ। ਉਸ ਨੂੰ ਬਚਪਨ ਤੋਂ ਹੀ ਕੁਝ ਵੱਡਾ ਕਰਨ ਦੀ ਇੱਛਾ ਸੀ। ਜਦੋਂ ਉਹ ਛੋਟਾ ਸੀ ਤਾਂ ਰੌਕਫੈਲਰ ਕੈਂਡੀਜ਼ ਵੇਚ ਕੇ ਛੋਟੇ-ਮੋਟੇ ਪੈਸੇ ਇਕੱਠੇ ਕਰਦਾ ਰਹਿੰਦਾ ਸੀ ਤੇ ਇਸ ਦੇ ਨਾਲ ਹੀ ਉਹ ਆਪਣੇ ਗੁਆਂਢੀਆਂ ਦੇ ਛੋਟੇ-ਮੋਟੇ ਕੰਮ ਕਰਕੇ ਉਹਨਾਂ ਦੇ ਬਦਲੇ ਉਹਨਾਂ ਤੋਂ ਪੈਸੇ ਲੈਂਦਾ ਰਹਿੰਦਾ ਸੀ। ਉਸ ਤੋਂ ਬਾਅਦ 1853 ਈਸਵੀ ਦੇ ਵਿੱਚ ਰੌਕਫੈਲਰ ਦੀ ਫੈਮਿਲੀ ਨਿਊਯਾਰਕ ਸਿਟੀ ਨੂੰ ਛੱਡ ਕੇ ਕਲੀਵਲੈਂਡ ਓਹੀਓ ਦੇ ਵਿੱਚ ਸ਼ਿਫਟ ਹੋ ਗਈ ਤੇ ਇੱਥੇ ਹੀ ਉਸਦੇ ਬਿਜ਼ਨਸ ਟਾਈਕੂਨ ਬਣਨ ਦਾ ਸਫ਼ਰ ਸ਼ੁਰੂ ਹੁੰਦਾ ਹੈ। ਜਦੋਂ ਰੌਕਫੈਲਰ 16 ਸਾਲ ਦਾ ਸੀ ਤਾਂ ਉਸਨੇ ਇੱਕ ਕਮਿਸ਼ਨ ਫਿਰਮ ਦੇ ਵਿੱਚ ਐਜ਼ ਏ ਕਲਰਕ ਜੌਬ ਕੀਤੀ। ਇਹ ਫਿਰਮ ਅਨਾਜ, ਕੋਲਾ ਤੇ ਹੋਰ ਕਮੋਡਿਟੀਜ਼ ਵਗੈਰਾ ਦੀ ਖਰੀਦ ਵੇਚ ਦਾ ਕੰਮ ਕਰਦੀ ਸੀ। ਰੌਕਫੈਲਰ ਬਾਰੇ ਤੁਹਾਨੂੰ ਇੱਕ ਅਹਿਮ ਜਾਣਕਾਰੀ ਦਈਏ ਤਾਂ ਰੌਕਫੈਲਰ ਨੇ ਆਪਣੀ 97 ਸਾਲ ਦੀ ਉਮਰ ਤੱਕ ਇੱਕ ਵਾਰ ਵੀ ਆਪਣਾ ਜਨਮ ਦਿਨ ਨਹੀਂ ਮਨਾਇਆ ਸੀ। ਹਾਂ, ਪਰ ਉਹ 26 ਸਤੰਬਰ ਨੂੰ ਜੌਬ ਡੇ ਦੇ ਨਾਲ ਹਰੇਕ ਸਾਲ ਮਨਾਉਂਦੇ ਸਨ ਕਿਉਂਕਿ ਉਹ ਮੰਨਦੇ ਸਨ ਕਿ ਕਾਰਪੋਰੇਟ ਵਰਲਡ ਦੇ ਵਿੱਚ ਜਦੋਂ ਉਹਨਾਂ ਦੀ ਸ਼ੁਰੂਆਤ ਹੋਈ ਉਦੋਂ ਤੋਂ ਹੀ ਉਹਨਾਂ ਦਾ ਅਸਲੀ ਜਨਮ ਹੋਇਆ ਹੈ। ਇਸ ਕਰਕੇ ਉਹ 26 ਸਤੰਬਰ ਨੂੰ ਹਰ ਸਾਲ ਜੌਬ ਡੇ ਮਨਾਉਂਦੇ ਸਨ, ਨਾ ਕਿ ਆਪਣਾ ਜਨਮ ਦਿਨ ਮਨਾਇਆ ਕਰਦੇ ਸਨ। 6-7 ਸਾਲ ਜੌਬ ਵਿੱਚ ਐਕਸਪੀਰੀਅੰਸ ਲੈਣ ਤੋਂ ਬਾਅਦ 1860 ਈਸਵੀ ਦੇ ਵਿੱਚ ਕੁਝ ਪਾਰਟਨਰਾਂ ਦੇ ਨਾਲ ਉਸਨੇ ਆਪਣੀ ਇੱਕ ਕਮਿਸ਼ਨ ਫਰਮ ਸ਼ੁਰੂ ਕੀਤੀ ਤੇ ਜਦੋਂ ਉਸਨੇ ਸਭ ਤੋਂ ਪਹਿਲੀ ਕਮਿਸ਼ਨ ਫਰਮ ਆਪਣੀ ਸ਼ੁਰੂ ਕੀਤੀ ਸੀ ਉਸੇ ਸੇਮ ਸਮੇਂ ਦੇ ਵਿੱਚ ਅਮਰੀਕਾ ਨੇ ਵੀ ਆਪਣਾ ਪਹਿਲਾ ਪੈਨਸਿਲਵੇਨੀਆ ਦੇ ਵਿੱਚ ਤੇਲ ਦਾ ਖੂਹ ਕੱਢਿਆ ਸੀ। ਜਦੋਂ ਰੌਕਫੈਲਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੂੰ ਇੱਕ ਗੱਲ ਦਾ ਸਮਝ ਆ ਗਈ ਸੀ ਕਿ ਆਇਲ ਇੰਡਸਟਰੀ ਹੀ ਹੈ ਜਿਹੜੀ ਕਿ ਅਗਲੇ ਸਮੇਂ ਦੇ ਵਿੱਚ ਉਸਨੂੰ ਬਹੁਤ ਜ਼ਿਆਦਾ ਅਮੀਰ ਬਣਾ ਸਕਦੀ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਨੇ ਕਲੀਵਲੈਂਡ ਦੇ ਵਿੱਚ 1863 ਦੇ ਵਿੱਚ ਆਪਣੇ ਕੁਝ ਸਾਥੀਆਂ ਦੇ ਨਾਲ ਸਭ ਤੋਂ ਪਹਿਲੀ ਆਇਲ ਰਿਫਾਈਨਰੀ ਖਰੀਦੀ, ਜਿਸ ਦੇ ਨਾਲ ਕਿ ਉਸਨੇ ਆਇਲ ਇੰਡਸਟਰੀ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ। ਰੌਕਫੈਲਰ ਆਪਣੇ ਬਿਜ਼ਨਸ ਨੂੰ ਰੀਪ੍ਰੈਜ਼ੈਂਟ ਕਰਨ ਵਿੱਚ ਇੰਨਾ ਕੁ ਮਾਹਰ ਸੀ ਕਿ ਕੋਈ ਵੀ ਇਨਵੈਸਟਰ ਉਸਨੂੰ ਪੈਸੇ ਦੇਣ ਤੋਂ ਨਾ ਨਹੀਂ ਸੀ ਕਰ ਸਕਦਾ ਤੇ 1865 ਆਉਂਦੇ ਉਸਨੇ ਕਲੀਵਲੈਂਡ ਦੀਆਂ ਸਾਰੀਆਂ ਰਿਫਾਈਨਰੀਜ਼ ਤੇ ਆਪਣਾ ਕਬਜ਼ਾ ਕਰ ਲਿਆ ਸੀ। ਇਸ ਦੇ ਨਾਲ ਹੀ 1872 ਦੇ ਵਿੱਚ ਉਸਨੇ ਆਪਣੇ ਭਰਾ ਨਾਲ ਰਲ ਕੇ ਸਟੈਂਡਰਡ ਆਇਲ ਨਾਮ ਦੀ ਕੰਪਨੀ ਦੀ ਸ਼ੁਰੂਆਤ ਕੀਤੀ ਤੇ 1882 ਆਉਂਦੇ ਉਸਨੇ ਪੂਰੇ ਅਮਰੀਕਾ ਦੀਆਂ ਆਇਲ ਰਿਫਾਈਨਰੀਜ਼ ਨੂੰ ਜਾਂ ਤਾਂ ਖਰੀਦ ਲਿਆ ਜਾਂ ਤਾਂ ਉਹਨਾਂ ਨੂੰ ਆਪਣੇ ਨਾਲ ਮਜਬੂਰਨ ਤੌਰ ਤੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ। ਜਿਸ ਨਾਲ ਹੁੰਦਾ ਕੀ ਸੀ, ਜੋ ਵੀ ਤੇਲ ਅਮਰੀਕਾ ਤੋਂ ਬਾਹਰ ਜਾਣਾ ਹੁੰਦਾ ਉਹ ਇਹਨਾਂ ਦੀ ਕੰਪਨੀ ਦੇ ਥਰੂ ਹੀ ਜਾਂਦਾ। ਇਸ ਨਾਲ ਹੋਇਆ ਕੀ ਕਿ ਅਮਰੀਕਾ ਦੀ 90% ਆਇਲ ਮਾਰਕੀਟ ਇਹਨਾਂ ਦੇ ਕਬਜ਼ੇ ਵਿੱਚ ਆ ਗਈ ਸੀ। ਰੌਕਫੈਲਰ ਦੀ ਬਿਜ਼ਨਸ ਦੀ ਟੈਕਨੀਕ ਦੀ ਗੱਲ ਕਰੀਏ ਤਾਂ ਰੌਕਫੈਲਰ ਬਿਜ਼ਨਸ ਦੇ ਵਿੱਚ ਇੰਨਾ ਕਿ ਖੁੱਭ ਗਿਆ ਸੀ ਕਿ ਉਸਨੇ ਆਪਣੇ ਖੁਦ ਦੇ ਸਾਇੰਟਿਸਟ ਰੱਖੇ ਹੋਏ ਸੀ ਤਾਂ ਜੋ ਇਹ ਪਤਾ ਲਗਾ ਸਕਣ ਕਿ ਪੈਟਰੋਲ ਤੇ ਮਿੱਟੀ ਦੇ ਤੇਲ ਦੇ ਨਾਲ ਹੋਰ ਕਿਹੜੇ ਅਜਿਹੇ ਸਾਧਨ ਨੇ ਜਿਹੜੇ ਕਿ ਚੱਲ ਸਕਦੇ ਨੇ ਤਾਂ ਜੋ ਉਹ ਉਹਨਾਂ ਦੀ ਵੀ ਮਾਰਕੀਟ ਦੇ ਵਿੱਚ ਆਪਣਾ ਇੱਕ ਵੱਡਾ ਇੰਪੈਕਟ ਪਾ ਸਕੇ। ਉਸਦੀ ਇਹੀ ਰਿਸਰਚ ਕਰਕੇ ਮੋਟਰ ਇੰਡਸਟਰੀ ਵਿੱਚ ਵੀ ਆਪਣੀ ਇੱਕ ਵੱਡੀ ਮੋਨੋਪੋਲੀ ਕਾਇਮ ਕਰ ਲਈ ਸੀ ਕਿਉਂਕਿ ਮੋਟਰ ਇੰਡਸਟਰੀ ਟੋਟਲੀ ਪੈਟਰੋਲੀਅਮ ਤੇ ਕੈਰੋਸਿਨ ਆਇਲ ਤੇ ਡਿਪੈਂਡ ਕਰਦੀ ਸੀ। ਰੌਕਫੈਲਰ ਨੇ ਵਰਲਡ ਵਾਰ 1 ਦੇ ਸਮੇਂ ਵੀ ਬਹੁਤ ਜ਼ਿਆਦਾ ਪੈਟਰੋਲੀਅਮ ਦਾ ਕਾਰੋਬਾਰ ਕੀਤਾ ਤੇ ਉਸਨੂੰ ਬਹੁਤ ਜ਼ਿਆਦਾ ਮੁਨਾਫੇ ਵਿੱਚ ਬਦਲਿਆ। ਜਿੱਥੇ ਵਰਲਡ ਵਾਰ 1 ਬਹੁਤ ਸਾਰੇ ਦੇਸ਼ਾਂ ਲਈ ਨੁਕਸਾਨਦੇਹ ਰਹੀ, ਉੱਥੇ ਰੌਕਫੈਲਰ ਦੀ ਕੰਪਨੀ ਵਾਸਤੇ ਵਰਲਡ ਵਾਰ 1 ਬਹੁਤ ਹੀ ਫਾਇਦੇਮੰਦ ਰਹੀ। ਰੌਕਫੈਲਰ ਦੀ ਕੰਪਨੀ ਇੰਨੀ ਕਿ ਜ਼ਿਆਦਾ ਵੱਡੀ ਹੋ ਗਈ ਸੀ ਕਿ ਉਸਨੂੰ ਫਾਲਤੂ ਦੇ ਖਰਚੇ ਬਚਾਉਣ ਦੇ ਚੱਕਰ ਵਿੱਚ ਮਜਬੂਰਨ ਆਪਣੀ ਕੰਪਨੀ ਨੂੰ ਇੱਕ ਟਰਸਟ ਦੇ ਰੂਪ ਵਿੱਚ ਬਦਲਣਾ ਪਿਆ। ਅਜਿਹਾ ਟਰਸਟ ਜਿਹੜਾ ਕਿ ਦਾਨ ਪੁੰਨ ਦੇ ਨਾਲ ਇੱਕ ਵੱਡੇ ਪੱਧਰ ਤੇ ਵਪਾਰ ਦਾ ਕੰਮ ਵੀ ਕਰਦਾ ਸੀ। ਜਦੋਂ ਸਰਕਾਰ ਨੇ ਇਸ ਬਾਰੇ ਦੇਖਿਆ ਕਿ ਪੈਟਰੋਲੀਅਮ ਦੇ ਲਈ ਸਾਰਾ ਦੇਸ਼ ਰੌਕਫੈਲਰ ਕੰਪਨੀ ਤੇ ਡਿਪੈਂਡ ਹੈ ਤਾਂ ਸਰਕਾਰ ਨੇ ਰੌਕਫੈਲਰ ਦਾ ਸਾਮਰਾਜ ਖਤਮ ਕਰਨ ਦੇ ਲਈ ਸ਼ੈਰਮਨ ਐਂਟੀ ਟਰਸਟ ਐਕਟ ਨਾਮ ਦਾ ਇੱਕ ਲਾਅ ਬਣਾਇਆ। ਇਸ ਲਾਅ ਦੇ ਅਧੀਨ ਕੋਈ ਵੀ ਟਰਸਟ ਆਪਣੇ ਨਾਲ ਕੋਈ ਵੀ ਵੱਡੇ ਪੱਧਰ ਦਾ ਵਪਾਰ ਨਹੀਂ ਸੀ ਕਰ ਸਕਦਾ।
ਜਿਸ ਤੋਂ ਬਾਅਦ ਸਟੈਂਡਰਡ ਆਇਲ ਟਰਸਟ ਨੂੰ ਬਹੁਤ ਸਾਰੇ ਪੋਲੀਟੀਸ਼ੀਅਨਾਂ ਤੇ ਜਰਨਲਿਸਟਾਂ ਦੀ ਨਿੰਦਿਆ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਾਲ ਹੋਇਆ ਕਿ 1911 ਦੇ ਵਿੱਚ ਰੌਕਫੈਲਰ ਦੀ ਕੰਪਨੀ ਨੂੰ ਇਲੀਗਲ ਤਰੀਕੇ ਨਾਲ ਬਿਜ਼ਨਸ ਕਰਨ ਦੇ ਲਈ ਦੋਸ਼ੀ ਕਰਾਰ ਦਿੱਤਾ ਗਿਆ ਤੇ ਇਹ ਕਹਿ ਦਿੱਤਾ ਗਿਆ ਕਿ ਸਟੈਂਡਰਡ ਆਇਲ ਟਰਸਟ ਨੂੰ 34 ਹੋਰ ਨਵੀਆਂ ਕੰਪਨੀਆਂ ਦੇ ਵਿੱਚ ਵੰਡ ਦਿੱਤਾ ਜਾਵੇ ਤੇ ਸਾਰੀਆਂ ਕੰਪਨੀਆਂ ਦਾ ਸਿਰਫ 25% ਹਿੱਸਾ ਜੌਨ ਡੀ ਰੌਕਫੈਲਰ ਨੂੰ ਦਿੱਤਾ ਜਾਵੇ। ਮਤਲਬ ਰੌਕਫੈਲਰ ਦੀ ਇੱਕ ਵੱਡੀ ਕੰਪਨੀ ਨੂੰ 34 ਹੋਰ ਕੰਪਨੀਆਂ ਦੇ ਵਿੱਚ ਤੋੜਿਆ ਗਿਆ ਤੇ ਹਰੇਕ ਕੰਪਨੀ ਦਾ ਉਸ ਨੂੰ ਸਿਰਫ 25% ਹਿੱਸਾ ਯਾਨੀ ਕਿ ਚੌਥਾ ਹਿੱਸਾ ਹੀ ਦਿੱਤਾ ਗਿਆ। ਇਸ ਨਾਲ ਸਾਰਿਆਂ ਨੂੰ ਇਹ ਲੱਗਿਆ ਸੀ ਕਿ ਰੌਕਫੈਲਰ ਸਾਮਰਾਜ ਦੀ ਹੁਣ ਸਮਾਪਤੀ ਹੋ ਚੁੱਕੀ ਹੈ, ਪਰ ਅਗਲੇ 2 ਸਾਲਾਂ ਦੇ ਵਿੱਚ ਹੀ 34 ਦੀਆਂ 34 ਕੰਪਨੀਆਂ ਦੇ ਸ਼ੇਅਰ ਪ੍ਰਾਈਸ ਤਾਂ ਅਪ ਗਏ ਹੀ ਗਏ, ਪਰ ਰੌਕਫੈਲਰ ਦੀ ਬਿਜ਼ਨਸ ਕਰਨ ਦੀ ਤਕਨੀਕ ਦੇ ਕਰਕੇ ਇਹ ਸਾਰੀਆਂ 34 ਦੀਆਂ 34 ਕੰਪਨੀਆਂ ਬਹੁਤ ਵੱਡੇ ਪ੍ਰੋਫਿਟ ਦੇ ਵਿੱਚ ਗਈਆਂ, ਜਿਸ ਨਾਲ ਹੋਇਆ ਕਿ ਉਸ ਦੀ ਹਰੇਕ ਕੰਪਨੀ ਦਾ ਮੁੱਲ ਉਸਦੇ ਤੈਅ ਕੀਤੇ ਮੁੱਲ ਨਾਲੋਂ ਵੀ 4 ਤੋਂ 5 ਗੁਣਾ ਵੱਧ ਗਈ ਤੇ ਰੌਕਫੈਲਰ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਅਮੀਰ ਹੋ ਗਿਆ, ਜਿਸ ਨਾਲ ਕਿ ਉਹ ਅਮਰੀਕਾ ਦਾ ਸਭ ਤੋਂ ਪਹਿਲਾ ਬਿਲੀਅਨਰ ਬਣਿਆ ਤੇ ਸਰਕਾਰ ਦੁਆਰਾ ਲਏ ਗਏ ਫੈਸਲੇ ਕਰਕੇ ਉਹ ਹੋਰ ਜ਼ਿਆਦਾ ਅਮੀਰ ਹੋ ਗਿਆ। ਜੇ ਗੱਲ ਕਰੀਏ ਤਾਂ ਉਸਦੀ ਚੰਗਿਆਈਆਂ ਦੀ ਤਾਂ 56 ਸਾਲ ਦੀ ਉਮਰ ਦੇ ਵਿੱਚ ਉਸਨੇ ਸਾਰੇ ਬਿਜ਼ਨਸ ਤੋਂ ਰਿਟਾਇਰਮੈਂਟ ਲੈ ਲਈ ਸੀ, ਜਿਸ ਦੇ ਨਾਲ ਕਿ ਉਸਨੇ ਰੌਕਫੈਲਰ ਫਾਊਂਡੇਸ਼ਨ ਨਾਮ ਦੀ ਇੱਕ ਸੰਸਥਾ ਸਥਾਪਿਤ ਕੀਤੀ। ਇਸ ਆਰਗੇਨਾਈਜੇਸ਼ਨ ਦੇ ਥਰੂ ਉਸਨੇ ਲਗਭਗ $500 ਬਿਲੀਅਨ ਲੋਕ ਭਲਾਈ ਦੇ ਕੰਮਾਂ ਤੇ ਲਾਏ। ਆਪਣਾ ਜ਼ਿਆਦਾਤਰ ਪੈਸਾ ਐਜੂਕੇਸ਼ਨ ਸੈਕਟਰ, ਮੈਡੀਕਲ ਸੈਕਟਰ, ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਲਾਇਆ। ਉਸਨੇ ਸਾਇੰਟੀਫਿਕ ਰਿਸਰਚ ਨੂੰ ਹੋਰ ਜ਼ਿਆਦਾ ਇਫੈਕਟਿਵ ਬਣਾਉਣ ਦੇ ਲਈ ਰੌਕਫੈਲਰ ਇੰਸਟੀਚਿਊਟ ਫਾਰ ਮੈਡੀਕਲ ਰਿਸਰਚ ਦੀ ਸ਼ੁਰੂਆਤ ਕੀਤੀ, ਜਿਹੜੀ ਕਿ ਅੱਜ ਕੱਲ੍ਹ ਰੌਕਫੈਲਰ ਯੂਨੀਵਰਸਿਟੀ ਨਿਊਯਾਰਕ ਦੇ ਨਾਮ ਨਾਲ ਮਸ਼ਹੂਰ ਹੈ। ਰੌਕਫੈਲਰ ਦੀ ਆਖਰੀ ਇੱਛਾ ਇਹ ਸੀ ਕਿ ਉਹ ਪੂਰੇ 100 ਸਾਲ ਜਿਉਣਾ ਚਾਹੁੰਦਾ ਸੀ ਤਾਂ ਕਿ ਜੋ ਉਸ ਨੂੰ ਆਪਣੀ ਲਾਈਫ ਇੰਸ਼ੋਰੈਂਸ ਕੰਪਨੀ ਤੋਂ $5 ਮਿਲੀਅਨ ਮਿਲ ਸਕਣ। ਪਰ ਹੋਇਆ ਕਿ 23 ਮਈ 1937 ਨੂੰ ਜਦੋਂ ਕਿ ਉਹ 97 ਸਾਲ ਦਾ ਸੀ ਵਿੱਚ ਉਸ ਦੀ ਮੌਤ ਹੋ ਗਈ ਤੇ ਉਹ 100 ਸਾਲ ਦੀ ਪਾਰੀ ਖੇਲਣ ਤੋਂ ਪਹਿਲਾਂ ਹੀ ਆਊਟ ਹੋ ਗਿਆ। ਤੇ ਅੱਜ ਵੀ ਰੌਕਫੈਲਰ ਫਾਊਂਡੇਸ਼ਨ ਬਹੁਤ ਹੀ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਇਹ ਤਾਂ ਸੀ ਉਸਦੀ ਨਾਰਮਲ ਜੀਵਨੀ ਬਾਰੇ। ਹੁਣ ਤੁਸੀਂ ਦੱਸੋ ਕਿ ਉਹ ਇੱਕ ਇਨਸਾਨ ਚੰਗਾ ਸੀ ਜਾਂ ਮਾੜਾ ਸੀ। ਮੇਰੇ ਕੰਪੈਰੀਜ਼ਨ ਤੋਂ ਤਾਂ ਮੈਂ ਦੋਨਾਂ ਪਹਿਲੂਆਂ ਤੇ ਗੱਲ ਕਰਨਾ ਚਾਹਾਂਗਾ। ਜੇ ਗੱਲ ਕਰੀਏ ਉਸਦੇ ਮਾੜੇਪਨ ਦੀ ਤਾਂ ਉਹ ਦੌਲਤ ਤੇ ਸ਼ੌਹਰਤ ਦੇ ਨਸ਼ੇ ਵਿੱਚ ਇੰਨਾ ਕੁ ਚੂਰ ਹੋ ਗਿਆ ਸੀ ਕਿ ਉਸਨੇ ਲੀਗਲ ਤੇ ਇਲੀਗਲ ਦੋਨੇ ਤਰੀਕੇ ਅਪਣਾਏ ਆਪਣੇ ਬਿਜ਼ਨਸ ਨੂੰ ਵੱਡਾ ਕਰਨ ਦੇ ਲਈ। ਆਪਾਂ ਸੁਣਿਆ ਸੀ ਕਿ ਕਈ ਆਇਲ ਰਿਫਾਈਨਰੀਆਂ ਨੂੰ ਮਜਬੂਰਨ ਉਸਦੇ ਨਾਲ ਜੁੜਨਾ ਪਿਆ ਤਾਂ ਜੋ ਉਹ ਆਪਣੇ ਪੈਟਰੋਲੀਅਮ ਨੂੰ ਸੇਲ ਕਰ ਸਕਣ, ਕਿਉਂਕਿ ਜੇ ਉਹ ਇਦਾਂ ਨਾ ਕਰਦੇ ਤਾਂ ਰੌਕਫੈਲਰ ਸ਼ਾਇਦ ਉਹਨਾਂ ਨੂੰ ਪੈਟਰੋਲੀਅਮ ਵੇਚਣ ਹੀ ਨਾ ਦਿੰਦਾ। ਤੇ ਦੂਜੇ ਪਾਸੇ ਉਸਦਾ ਚੰਗਾ ਪਹਿਲੂ ਦੇਖੀਏ ਤਾਂ ਉਸਨੇ ਪੈਟਰੋਲੀਅਮ ਰਿਸਰਚ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਲਾਇਆ ਸੀ ਤਾਂ ਕਿ ਉਹ ਪੈਟਰੋਲੀਅਮ ਨੂੰ ਹੋਰ ਅਲੱਗ-ਅਲੱਗ ਤਰੀਕੇ ਨਾਲ ਯੂਜ਼ ਕਰਨ ਦੇ ਤਰੀਕੇ ਪਤਾ ਕਰ ਸਕੇ, ਜਿਸ ਦਾ ਸਰਕਾਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਤੇ ਅੱਜ ਵੀ ਆਪਾਂ ਦੇਖਦੇ ਹਾਂ ਕਿ ਪੈਟਰੋਲੀਅਮ ਨੂੰ ਆਪਾਂ ਕਈ ਨਵੇਂ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਤੇ ਦੂਜਾ, ਰੌਕਫੈਲਰ ਫਾਊਂਡੇਸ਼ਨ ਨੇ ਵੀ ਬਹੁਤ ਜ਼ਿਆਦਾ ਮੈਡੀਕਲ ਰਿਸਰਚ ਵਿੱਚ ਹੈਲਪ ਕੀਤੀ ਸੀ। ਮਤਲਬ ਰੌਕਫੈਲਰ ਫਾਊਂਡੇਸ਼ਨ ਨੇ ਨਵੀਆਂ ਵੈਕਸੀਨ ਆਯਾਤ ਕਰਨ, ਵੈਕਸੀਨੇਸ਼ਨ ਦਾ ਪ੍ਰੋਸੈਸ, ਫਾਊਂਡੇਸ਼ਨ ਵਗੈਰਾ ਦਾ ਕੰਮ ਦੀ ਰਿਸਰਚ ਰੌਕਫੈਲਰ ਫਾਊਂਡੇਸ਼ਨ ਨੇ ਹੀ ਕੀਤੀ ਸੀ। ਜੇਕਰ ਉਸਨੇ ਗਲਤ ਤਰੀਕੇ ਨਾਲ ਬਿਜ਼ਨਸ ਕਰਕੇ ਇੰਨਾ ਜ਼ਿਆਦਾ ਆਪਣਾ ਸਾਮਰਾਜ ਖੜਾ ਕੀਤਾ ਸੀ, ਪਰ ਉਸਨੇ ਦਾਨ ਪੁੰਨ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਸੀ। 20ਵੀਂ ਸਦੀ ਦੀ ਸ਼ੁਰੂਆਤ ਵਿੱਚ ਉਸਨੇ ਲਗਭਗ $500 ਬਿਲੀਅਨ ਵੱਖ-ਵੱਖ ਸੈਕਟਰਾਂ ਦੇ ਵਿੱਚ ਲੋਕ ਭਲਾਈ ਦੇ ਕੰਮਾਂ ਵਾਸਤੇ ਦਾਨ ਕੀਤਾ ਸੀ, ਜਿਹਦੇ ਕਿ ਅੱਜ ਦੇ ਸਮੇਂ ਵਿੱਚ ਆਪਾਂ ਵੈਲਿਊ ਦੇਖੀ ਤਾਂ ਉਹ ਲਗਭਗ $300 ਬਿਲੀਅਨ ਬਣਦਾ ਹੈ, ਜਿਹੜਾ ਕਿ ਅੱਜ ਦੇ ਸਮੇਂ ਦੇ ਸਭ ਤੋਂ ਅਮੀਰ ਆਦਮੀ ਜੈਫ ਬੇਜ਼ੋਸ ਦੀ ਨੈਟ ਵਰਥ ਦੇ 2.5 ਗੁਣਾ ਦੇ ਬਰਾਬਰ ਹੈ। ਇਹ ਤਾਂ ਸੀ ਰੌਕਫੈਲਰ ਬਾਰੇ ਸਾਡਾ ਪੁਆਇੰਟ ਆਫ ਵਿਊ। ਤੇ ਤੁਸੀਂ ਇਸ ਬਾਰੇ ਕੀ ਸੋਚਦੇ ਸੀ? ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ। ਹੁਣ ਜ਼ਰੂਰੀ ਸੂਚਨਾ, ਜੇਕਰ ਤੁਸੀਂ ਦਾ ਮੋਰਲ ਪੰਜਾਬ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਤੁਸੀਂ ਵੀ ਆਪਣਾ ਲਰਨਿੰਗ ਦਾ ਸਫ਼ਰ ਪੰਜਾਬੀ ਵਿੱਚ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਜਾਵੇ, ਕਿਉਂਕਿ ਅਸੀਂ ਹਰ ਵਾਰ ਕਿਸੇ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਉਂਦੇ ਹਾਂ ਜੋ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਲਰਨੇਬਲ ਹੋਵੇ। तो जेकर ਤੁਹਾਨੂੰ ਸਾਡੀ ਇਹ ਰਿਸਰਚ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਲੱਗੀ। ਤੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।